ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਰਾਜਾ ਰਸਾਲੂ ਬਾਰੇ ਪੜ੍ਹਾਂਗੇ। ਰਾਜਾ ਰਸਾਲੂ ਇੱਕ ਦੰਤ ਕਥਾ। ਅਸੀਂ ਦੰਤ ਕਥਾ ਬਾਰੇ ਪਿਛਲੀ ਵੀਡੀਓ ਦੇ ਵਿੱਚ ਦੇਖਿਆ ਸੀ ਕਿ ਜਿਹੜੀ ਦੰਤ ਕਥਾ ਆ ਉਹ ਇਤਿਹਾਸ ਤੇ ਗਲਪ ਦਾ ਜਿਹਦੇ ਵਿੱਚ ਸੁਮੇਲ ਹੋਇਆ ਹੁੰਦਾ ਹੈ ਉਹ ਦੰਤ ਕਥਾ ਹੁੰਦੀ ਹੈ। ਸੋ ਰਾਜਾ ਰਸਾਲੂ ਵੀ ਇੱਕ ਦੰਤ ਕਥਾ ਇਹਦੇ ਵਿੱਚ ਜਿੱਥੇ ਅਸੀਂ ਇਤਿਹਾਸ ਵੇਖਦੇ ਹਾਂ ਉੱਥੇ ਨਾਲ ਦੀ ਨਾਲ ਜਿਹੜਾ ਆ ਉਹ ਅਸੀਂ ਕੁਝ ਕੁ ਗੱਲਾਂ ਪੀੜ੍ਹੀ ਦਰ ਪੀੜ੍ਹੀ ਜੋ ਚੱਲਦੀਆਂ ਇੱਕ ਕਹਾਣੀ ਜਿਹੜੀ ਹੈ ਉਹ ਮੂੰਹੋਂ ਮੂੰਹ ਤੁਰਦੀ ਹੈ ਲੋਕਾਂ ਦੁਆਰਾ ਅਤੇ ਕੁਝ ਗੱਲਾਂ ਮਿੱਥਿਆ ਰਲ ਜਾਂਦੀਆਂ ਨੇ। ਮਤਲਬ ਇਹ ਕਿ ਰਾਜਾ ਰਸਾਲੂ ਹੈਗੀ ਇੱਕ ਇਤਿਹਾਸਿਕ ਕਥਾ ਹੈ। ਇਹ ਨਾਇਕ ਹੋਇਆ ਹੈ, ਯੋਧਾ ਹੋਇਆ ਆ ਰਾਜਾ ਰਸਾਲੂ, ਜਿਸ ਨੇ ਜਿਹੜਾ ਆ ਉਹ ਮਤਲਬ ਜ਼ੁਲਮ ਦੇ ਨਾਲ ਟੱਕਰ ਲੈ ਕੇ ਡਟ ਕੇ ਮੁਕਾਬਲਾ ਕੀਤਾ ਸੀ ਔਰ ਜ਼ੁਲਮ ਨੂੰ ਖ਼ਤਮ ਕੀਤਾ ਸੀ। ਸੋ ਇਸ ਤਰੀਕੇ ਦੇ ਨਾਲ ਪਰ ਇਹਦੇ ਵਿੱਚ ਜਿਹੜੀ ਕਹਾਣੀ ਅਸੀਂ ਅੱਜ ਪੜ੍ਹਾਂਗੇ ਇਹਦੇ ਵਿੱਚ ਕੁਛ ਨਾ ਕੁਛ ਜਿਹੜੇ ਤੱਥ ਨੇ ਉਹ ਮਿੱਥਿਆ ਰਲੇ ਹੋਏ ਨੇ। ਭਾਵ ਮੂੰਹੋਂ ਮੂੰਹ ਚੱਲਦੀ ਕਹਾਣੀ ਦੇ ਵਿੱਚ ਕੁਝ ਲੋਕਾਂ ਦੁਆਰਾ ਜਿਹੜੇ ਨੇ ਉਹ ਆਪਣੇ ਲੋਕ ਮਾਨਸ ਦੀ ਬਿਰਤੀ ਦੇ ਮੁਤਾਬਿਕ ਬਹੁਤ ਕੁਝ ਜਿਹੜਾ ਉਹ ਰਲਾ ਵੀ ਹੈਗਾ ਆ। ਸੋ ਅਸੀਂ ਪੜ੍ਹਦੇ ਹਾਂ ਇਸ ਦੰਤ ਕਥਾ ਨੂੰ। ਪੂਰਨ ਭਗਤ ਦੇ ਆਸ਼ੀਰਵਾਦ ਦੇ ਨਾਲ ਜਿਹੜਾ ਸੀ ਉਹ ਸਿਆਲਕੋਟ ਦਾ ਜਿਹੜਾ ਰਾਜਾ ਸਲਵਾਨ ਦੇ ਘਰ ਲੂਣਾ ਦੀ ਕੁੱਖੋਂ ਜਿਹੜਾ ਸੀ ਉਹ ਵੀਰ ਰਸਾਲੂ ਦਾ ਜਿਹੜਾ ਉਹ ਜਨਮ ਹੁੰਦਾ ਆ। ਸੋ ਰਸਾਲੂ ਦਾ ਜਨਮ ਦੇ ਜਦੋਂ ਹੋਇਆ ਸੀ ਤਾਂ ਜੋਤਸ਼ੀਆਂ ਦੇ ਕਹਿਣ ਮੁਤਾਬਕ ਸਲਵਾਨ ਨੂੰ ਜਿਹੜਾ ਕਿਹਾ ਗਿਆ ਸੀ ਕਿ ਉਹ ਰਸਾਲੂ ਨੂੰ 12 ਸਾਲ ਭੋਰੇ ਵਿੱਚ ਰੱਖੇ। ਸੋ ਇਸੇ ਤਰੀਕੇ ਦੇ ਨਾਲ ਹੀ ਪੂਰਨ ਵਾਂਗ ਹੀ ਰਸਾਲੂ ਨੂੰ 12 ਸਾਲ ਜਿਹੜਾ ਉਹ ਭੋਰੇ ਵਿੱਚ ਪਾ ਦਿੱਤਾ ਜਾਂਦਾ ਆ। ਜਿਸ ਦਿਨ ਕਹਿੰਦੇ ਰਸਾਲੂ ਦਾ ਜਨਮ ਹੋਇਆ ਸੀ ਉਸ ਦਿਨ ਹੀ ਸ਼ਾਹੀ ਅਸਤਬਲ ਵਿੱਚ, ਠੀਕ ਹੈ, ਸ਼ਾਹੀ ਅਸਤਬਲ ਹੁੰਦਾ ਜਿੱਥੇ ਘੋੜਿਆਂ ਦੀ ਰਹਿਣ ਦੀ ਜਿਹੜੀ ਜਗ੍ਹਾ ਹੁੰਦੀ ਉਹਨੂੰ ਸ਼ਾਹੀ ਅਸਤਬਲ ਕਹਿੰਦੇ ਨੇ। ਅਸਤਬਲ ਵਿੱਚ ਇੱਕ ਵਛੇਰਾ ਜੰਮਿਆ ਸੀ, ਉਸ ਦਾ ਨਾਮ ਫੌਲਾਦੀ ਰੱਖਿਆ ਗਿਆ ਸੀ। ਇਸੇ ਤਰੀਕੇ ਦੇ ਨਾਲ ਉਸੇ ਦਿਨ ਹੀ ਜਿਹੜਾ ਸੀ ਇੱਕ ਤੋਤੇ ਦਾ ਵੀ ਜਨਮ ਹੋਇਆ ਸੀ ਔਰ ਉਹ ਇਸੇ ਕਿਹਾ ਜਾਂਦਾ ਸੀ ਕਿ ਵਛੇਰਾ ਅਤੇ ਤੋਤਾ ਬਚਪਨ ਵਿੱਚ ਹੀ ਰਸਾਲੂ ਦੇ ਸਾਥੀ ਬਣੇ ਸੀ ਔਰ ਇਹ ਦੋਵੇਂ ਸਾਥੀ ਰਸਾਲੂ ਦੇ ਜੀਵਨ ਸੰਘਰਸ਼ ਵਿੱਚ ਹਮੇਸ਼ਾ ਹੀ ਨਾਲ ਰਹੇ ਸੀ। ਔਰ ਜਿਹੜਾ ਰਸਾਲੂ ਸੀ ਉਹ ਬੜੀ ਆਜ਼ਾਦੀ ਤਬੀਅਤ ਦਾ ਮਾਲਕ ਸੀ, ਆਜ਼ਾਦ ਸੁਭਾਅ ਦਾ ਮਾਲਕ ਸੀ ਔਰ 11ਵੇਂ ਸਾਲ ਵਿੱਚ ਹੀ ਉਹ ਭੋਰੇ 'ਚੋਂ ਬਾਹਰ ਨਿਕਲ ਆਇਆ ਸੀ। ਭੋਰੇ ਤੋਂ ਬਾਹਰ ਆ ਕੇ ਉਹਨੂੰ ਜਿਹੜਾ ਸੀ ਸੰਸਾਰ ਬੜਾ ਵਧੀਆ ਲੱਗਾ। ਉਹ ਕੀ ਕਰਦਾ ਹੁੰਦਾ ਸੀ ਕਿ ਪਾਣੀ ਭਰਨ ਜਾਂਦੀਆਂ ਕੁੜੀਆਂ ਦੇ ਘੜੇ ਜਿਹੜੇ ਸੀ ਉਹ ਟੀਮ ਮਾਰ ਕੇ ਭੰਨ ਦਿੰਦਾ ਸੀ। ਇਸ ਦੀ ਸ਼ਿਕਾਇਤ ਰਾਜੇ ਕੋਲ ਜਦੋਂ ਗਈ ਸਲਵਾਨ ਕੋਲ, ਤੇ ਸਲਵਾਨ ਨੇ ਰਸਾਲੂ ਦਾ ਚਿਹਰਾ ਤਾਂ ਨਹੀਂ ਸੀ ਦੇਖਣਾ, ਇਸ ਕਰਕੇ ਉਹਨਾਂ ਨੇ ਕੁੜੀਆਂ ਨੂੰ ਪਿੱਤਲ ਦੀਆਂ ਗਾਗਰਾਂ ਜਿਹੜੀਆਂ ਸੀ ਉਹਦੇ ਵਿੱਚ ਪਾਣੀ ਭਰਨ ਲਈ ਕਿਹਾ। ਪਰ ਰਸਾਲੂ ਨੇ ਫਿਰ ਫੌਲਾਦੀ ਤੀਰਾਂ ਦੇ ਨਾਲ ਉਹਨਾਂ ਗਾਗਰਾਂ ਨੂੰ ਜਿਹੜਾ ਸੀ ਉਹ ਵਿੰਨਣਾ ਸ਼ੁਰੂ ਕਰ ਦਿੱਤਾ। ਸੋ ਇਸ ਤਰ੍ਹਾਂ ਗੁੱਸੇ ਵਿੱਚ ਰਸਾਲੂ ਨੂੰ ਦੇਸ਼ ਨਿਕਾਲਾ ਦੇ ਦਿੱਤਾ ਗਿਆ ਔਰ ਇਹ ਉਹੀ ਦਿਨ ਸੀ ਜਿਸ ਦਿਨ ਜਿਹੜਾ ਸੀ ਉਹਨੇ ਆਪਣੇ ਪਿਤਾ ਨੂੰ ਆਣ ਕੇ ਮਿਲਣਾ ਸੀ। ਪਰ ਹੁਣ ਦੇਸ਼ ਨਿਕਾਲਾ ਦੇਣ ਦੇ ਚੱਕਰ ਵਿੱਚ ਜਿਹੜਾ ਉਸਨੂੰ ਪਿਤਾ ਤੋਂ ਦੂਰ ਹੋਣਾ ਪਿਆ ਔਰ ਰਸਾਲੂ ਜਿਹੜਾ ਸੀ ਉਸਨੇ ਰਾਤ ਨੂੰ ਹੀ ਸ਼ਹਿਰ ਛੱਡ ਦਿੱਤਾ ਸੀ। ਫੌਲਾਦੀ ਘੋੜਾ ਤੇ ਤੋਤਾ ਲੈ ਕੇ ਉਹ ਜਿਹੜਾ ਸੀ ਉੱਥੋਂ ਨਿਕਲ ਗਿਆ ਸੀ ਔਰ ਪਹਿਲੀ ਰਾਤ ਹੀ ਉਸਦੇ 2 ਹੋਰ ਸਾਥੀ ਵੀ ਮਤਲਬ ਇਹਨਾਂ ਔਕੜਾਂ ਦੇ ਪਿੱਛੋਂ ਹੀ ਉਸਨੇ ਵੇਖ ਲਿਆ ਸੀ ਕਿ ਮਤਲਬ ਵੀ ਮੇਰਾ ਇਹਨਾਂ ਨਾਲ ਸਾਥ ਜਿਹੜਾ ਉਹ ਨਹੀਂ ਪੁੱਗਣਾ। ਸੋ ਤੋਤਾ ਤੇ ਜਿਹੜਾ ਘੋੜਾ ਸੀ ਉਹ ਨਾਲ ਹੀ ਉਹਦੇ ਚੱਲਦੇ ਰਹੇ। ਸੋ ਉਸ ਤੋਂ ਬਾਅਦ ਜਿਹੜਾ ਸੀ ਕਹਿੰਦੇ ਕਿ ਰਾਹ ਵਿੱਚ ਉਹਨੂੰ ਇੱਕ ਬਾਸ਼ਕ ਨਾਗ ਨੇ ਉਸਨੂੰ ਇੱਕ ਅਜਿਹੀ ਮਣੀ ਦਿੱਤੀ ਸੀ ਜਿਹੜੀ ਹਰ ਤਰ੍ਹਾਂ ਦੀ ਜ਼ਹਿਰ ਜਿਹੜੀ ਸੀ ਉਹ ਚੂਸ ਲੈਂਦੀ ਹੁੰਦੀ ਸੀ ਔਰ ਜਿੱਥੇ ਵੀ ਉਹ ਜ਼ੁਲਮ ਹੁੰਦਾ ਸੀ ਉਹ ਜ਼ੁਲਮ ਨੂੰ ਖ਼ਤਮ ਕਰਨ ਲਈ ਉੱਥੇ ਪਹੁੰਚ ਜਾਂਦਾ ਸੀ। ਹਰ ਪਾਸੇ ਰਸਾਲੂ ਦੀ ਜਿਹੜੀ ਸੀ ਉਹ ਪ੍ਰਸਿੱਧੀ ਹੋ ਗਈ ਸੀ। ਇਸੇ ਤਰੀਕੇ ਦੇ ਨਾਲ ਹੀ ਜਿਹੜਾ ਸੀ ਉਹ ਇੱਕ ਵਾਰ ਉਹਦਾ ਮੇਲ ਹਰੀ ਚੰਦ ਦੀ ਬੇਟੀ ਸਰੂਪਾਂ ਦੇ ਨਾਲ ਹੋਇਆ ਤੇ ਉਹਦੇ ਉੱਪਰ ਰਸਾਲੂ ਜਿਹੜਾ ਸੀ ਉਹ ਮੋਹਿਤ ਹੋ ਗਿਆ ਸੀ। ਪਰ ਕਹਿੰਦੇ ਕਿ ਉਹਨੇ ਮਤਲਬ ਜਿਹੜਾ ਸਰੂਪਾਂ ਦਾ ਪਿਤਾ ਸੀ ਉਹਨੇ ਇੱਕ ਸ਼ਰਤ ਰੱਖੀ ਸੀ ਕਿ ਮੈਂ ਆਪਣੀ ਬੇਟੀ ਉਸ ਦੇ ਨਾਲ ਹੀ ਵਿਆਹਾਂਗਾ ਜੋ ਇੱਕ ਵਿਸ਼ੇਸ਼ ਪ੍ਰਕਾਰ ਦੇ ਜੰਤਰ ਵਿੱਚ ਤੀਰ ਮਾਰ ਕੇ ਸੁਨਹਿਰੀ ਮਛਲੀ ਨੂੰ ਫੁੰਡੇਗਾ। ਰਸਾਲੂ ਨੇ ਸ਼ਰਤ ਜਿਹੜੀ ਸੀ ਉਹ ਪੂਰੀ ਕਰ ਦਿੱਤੀ ਸੀ ਤੇ ਰਾਜਾ ਹਰੀ ਚੰਦ ਨੇ ਸਰੂਪਾਂ ਦਾ ਵਿਆਹ ਜਿਹੜਾ ਸੀ ਰਸਾਲੂ ਨਾਲ ਕਰਨਾ ਮੰਨ ਲਿਆ ਸੀ। ਪਰ ਜਿਹੜਾ ਸੀ ਜਦੋਂ ਰਸਾਲੂ ਨੂੰ ਪਤਾ ਲੱਗਾ ਕਿ ਜਿਹੜਾ ਸਰੂਪਾਂ ਆ ਉਹ ਕਿਸੇ ਸੁਨਿਆਰੇ ਨੂੰ ਪਸੰਦ ਕਰਦੀ ਹੈ ਤਾਂ ਉਸਨੇ ਜਿਹੜਾ ਸੀ ਕੀ ਕੀਤਾ, ਉਸ ਦਾ ਵਿਆਹ ਜਿਹੜਾ ਸੀ ਉਸ ਦੇ ਨਾਲ ਕਰਵਾ ਦਿੱਤਾ। ਇਸ ਤਰ੍ਹਾਂ ਉਸਨੇ ਪਰਉਪਕਾਰ ਕੀਤਾ ਔਰ ਕਿਸੇ ਦਾ ਦਿਲ ਨਹੀਂ ਢਾਇਆ। ਉਸ ਤੋਂ ਬਾਅਦ ਰਸਾਲੂ ਨੂੰ ਪਤਾ ਲੱਗਾ ਕਿ ਇੱਕ ਜ਼ਾਲਮ ਸਿਰਕੱਪ ਦਾ ਪਤਾ ਲੱਗਾ ਤੇ ਉਸਨੂੰ ਉਹਦੇ ਦੇਸ਼ ਵੱਲ ਰਸਾਲੂ ਚੱਲ ਪੈਂਦਾ ਆ, ਠੀਕ ਹੈ। ਸਿਰਕੱਪ ਦੇ ਦੇਸ਼ ਪਹੁੰਚਦਾ ਹੈ ਜਾ ਕੇ ਤੇ ਰਾਹ ਵਿੱਚ ਇੱਕ ਤਾਜ਼ਾ ਲਾਸ਼ ਉਸਨੇ ਵੇਖੀ, ਠੀਕ ਹੈ। ਉਸਨੂੰ ਦਬਾਉਣ ਲਈ ਜਦੋਂ ਉਹਨੇ ਲਾਸ਼ ਦਬਾਈ ਤਾਂ ਲਾਸ਼ ਬੋਲੀ ਕਿ ਉਹ ਸਿਰਕੱਪ ਦਾ ਭਰਾ ਸਿਰਮੁਖ ਸੀ, ਠੀਕ ਹੈ। ਔਰ ਸਿਰ ਦੀ ਬਾਜੀ ਲਾ ਕੇ ਜਿਹੜਾ ਸੀ ਉਹਨੇ ਚੌਪੜ ਖੇਡਿਆ ਸੀ ਪਰ ਚੌਪੜ ਦੇ ਵਿੱਚੋਂ ਹਾਰ ਗਿਆ ਸੀ, ਇਸ ਕਰਕੇ ਉਹਨੇ ਮਾਰ ਦਿੱਤਾ ਸੀ ਔਰ ਚੂਹਾ ਉਹਦੀ ਮਦਦ ਕਰਦਾ ਸੀ। ਰਸਾਲੂ ਨੂੰ ਉਹਨੇ ਕਿਹਾ ਕਿ ਤੂੰ ਬਿੱਲੀ ਲੈ ਕੇ ਜਾਈਂ ਤਾਂ ਜੋ ਚੂਹਾ ਉਸ ਦੇ ਡਰ ਦੇ ਨਾਲ ਜਿਹੜਾ ਉਹ ਬਾਹਰ ਨਾ ਆਵੇ। ਪਰ ਜਿਹੜਾ ਰਸਾਲੂ ਸੀ ਉਹ ਜਦੋਂ ਉਸਦੇ ਦੇਸ਼ ਸਿਰਕੱਪ ਦੇ ਦੇਸ਼ ਪਹੁੰਚ ਲਿਆ ਤਾਂ ਉਹਨੇ ਕੀ ਵੇਖਿਆ ਕਿ ਇੱਕ ਘੁਮਿਆਰ ਜਿਹੜਾ ਸੀ ਉਹ ਭਾਂਡੇ ਬਣਾ ਰਿਹਾ ਸੀ ਤੇ ਉਹਦੇ ਜਿਹੜਾ ਸੀ ਆਵੇ ਨੂੰ ਅੱਗ ਲੱਗੀ ਹੋਈ ਸੀ। ਉੱਥੇ ਉਹਨੇ ਬਿੱਲੀ ਦੇ ਬਲੂੰਗੜੇ ਜਿਹੜੇ ਸੀ ਉਹ ਬਚਾਏ ਸੀ ਔਰ ਬਿੱਲੀ ਨੇ ਖੁਸ਼ ਹੋ ਕੇ ਕੀ ਕੀਤਾ ਕਿ ਉਹਨੂੰ ਇੱਕ ਬਲੂੰਗੜਾ ਦੇ ਦਿੱਤਾ ਤੇ ਕਿਹਾ ਕਿ ਇਹ ਤੇਰੀ ਮਦਦ ਕਰੇਗਾ, ਠੀਕ ਹੈ। ਫਿਰ ਰਸਾਲੂ ਜਿਹੜਾ ਆ ਉੱਥੋਂ ਬਿੱਲੀ ਦੇ ਇੱਕ ਬਲੂੰਗਾ ਲੈ ਕੇ ਸਿਰਕੱਪ ਦੇ ਦੇਸ਼ ਚਲਾ ਗਿਆ ਤੇ ਉੱਥੇ ਜਾ ਕੇ ਉਹਨੇ ਕੀ ਕੀਤਾ, ਉਹਨੇ ਮਤਲਬ ਸਿਰਕੱਪ ਨੇ ਉਹਨੂੰ ਪਹਿਲਾਂ ਇੱਕ ਕਮਰੇ ਵਿੱਚ ਬੰਦ ਕੀਤਾ ਜਿੱਥੇ ਜ਼ਹਿਰੀਲੀ ਹਵਾੜ ਛੱਡੀ ਗਈ ਪਰ ਉਹਦਾ ਜਿਹੜਾ ਬਾਸ਼ਕ ਨਾਗ ਦੀ ਮਣੀ ਦਿੱਤੀ ਹੋਈ ਸੀ ਰਸਾਲੂ ਨੂੰ ਉਹਨੂੰ ਬਚਾ ਲਿਆ ਤੇ ਜ਼ਹਿਰ ਸਾਰਾ ਚੂਸ ਲਿਆ। ਦੂਸਰੇ ਦਿਨ ਉਸਨੇ ਜਿਹੜਾ ਚੌਪੜ ਖੇਡਣਾ ਸ਼ੁਰੂ ਕੀਤਾ ਔਰ ਰਸਾਲੂ ਨੇ ਉਸੇ ਤਰ੍ਹਾਂ ਹੀ ਬਲੂੰਗੜੇ ਨੂੰ ਬਾਹਰ ਕੱਢਿਆ ਤੇ ਜਿਹੜਾ ਸੀ ਉਹਦਾ ਚੂਹਾ ਬਾਹਰ ਨਾ ਨਿਕਲਿਆ ਤੇ ਰਸਾਲੂ ਜਿਹੜਾ ਚੌਪੜ ਜਿੱਤ ਗਿਆ। ਉਸ ਤੋਂ ਬਾਅਦ ਉਸਨੇ ਜਿਹੜਾ ਸੀ ਸਿਰਕੱਪ ਨੂੰ ਕਿਹਾ ਕਿ ਮਤਲਬ
ਕੀ ਹੋਇਆ ਕਿ ਮਤਲਬ ਜਦੋਂ ਚੌਪੜ 'ਚ ਹਾਰ ਗਿਆ ਤੇ ਸਿਰਕੱਪ ਨੂੰ ਖਬਰ ਮਿਲੀ ਕਿ ਉਹਦੇ ਘਰ ਇੱਕ ਕੁੜੀ ਨੇ ਜਨਮ ਲਿਆ। ਸਿਰਕੱਪ ਨੇ ਉਹਨੂੰ ਮਾਰਨਾ ਚਾਹਿਆ ਪਰ ਰਸਾਲੂ ਨੇ ਕਿਹਾ ਕਿ ਤੂੰ ਉਸਨੂੰ ਵੀ ਉਸ ਕੁੜੀ ਨੂੰ ਨਾ ਮਾਰੇ, ਜਦੋਂ ਉਹ ਮਤਲਬ ਆਏਗਾ, ਜਦੋਂ ਵੱਡੀ ਹੋਏਗੀ ਤਾਂ ਉਹਦੇ ਨਾਲ ਵਿਆਹ ਕਰਵਾ ਲਏਗਾ। ਉਹਦਾ ਨਾਮ ਜਿਹੜਾ ਸੀ ਕੋਕਿਲਾ ਰੱਖਿਆ ਗਿਆ, ਉਸ ਕੁੜੀ ਦਾ ਨਾਮ ਜਿਹੜਾ ਸੀ। ਸੋ ਰਾਜਾ ਰਸਾਲੂ ਨੇ ਕੋਕਿਲਾ ਦੀ ਥਾਂ ਇੱਕ ਸੁੰਦਰ ਮਹਿਲ ਉਸਾਰਨ ਦੀ ਸੋਚੀ ਤੇ ਇੱਕ ਚੰਗੀ ਭਾਲ ਵਿੱਚ ਫਿਰਨ ਲੱਗਾ। ਰਾਹ ਵਿੱਚ ਉਸਨੂੰ ਇੱਕ ਸੱਪਣੀ ਮਿਲੀ। ਸੱਪਣੀ ਨੇ ਰਸਾਲੂ ਨੂੰ ਡੰਗਣਾ ਚਾਹਿਆ ਪਰ ਰਸਾਲੂ ਨੇ ਉਸਨੂੰ ਮਾਰ ਦਿੱਤਾ। ਸੱਪਣੀ ਨੇ ਰਸਾਲੂ ਨੂੰ ਸ਼ਰਾਪ ਦਿੱਤਾ ਕਿ ਸ਼ਰਾਪ ਤੋਂ ਮੁਕਤ ਪ੍ਰਾਪਤੀ ਲਈ ਰਸਾਲੂ ਨੂੰ 12 ਸਾਲ ਹੋਰ ਕੋਕਿਲਾ ਤੋਂ ਦੂਰ ਰਹਿਣਾ ਪੈਣਾ ਸੀ। ਸੋ ਰਸਾਲੂ ਨੇ ਕੋਕਿਲਾ ਨੂੰ ਮਹਿਲ ਵਿੱਚ ਲੈ ਆਂਦਾ। ਠੀਕ ਹੈ, ਕੋਕਿਲਾ ਜਵਾਨ ਹੋ ਚੁੱਕੀ ਸੀ ਤੇ ਰਸਾਲੂ ਉਹਦੀ ਰਾਣੀ ਬਣ ਕੇ ਰਹਿਣਾ ਚਾਹੁੰਦੀ ਸੀ, ਪਰ ਰਸਾਲੂ ਨਾਗ ਮਣੀ ਦੀ ਸ਼ਰਾਪ ਤੋਂ ਬਚਣ ਲਈ ਉਸ ਤੋਂ ਪਰੇ ਰਹਿ ਰਿਹਾ ਸੀ। ਇਹਨੇ ਨੂੰ ਜਿਹੜਾ ਇੱਕ ਹੋਠੀ ਨਾਂ ਦਾ ਜਿਹੜਾ ਰਾਜਾ ਸੀ, ਉਹਨੇ ਕੋਕਿਲਾ ਦੇ ਮਹਿਲ ਕੋਲੋਂ ਲੰਘਿਆ ਤੇ ਦੋਨਾਂ ਇੱਕ ਦੂਜੇ ਨੂੰ ਵੇਖ ਕੇ ਮੋਹਿਤ ਹੋਏ। ਕੋਕਿਲਾ ਵੀ ਉਸਨੂੰ ਦਿਲ ਦੇ ਬੈਠੀ। ਰਾਜਾ ਰਸਾਲੂ ਨੂੰ ਜਦੋਂ ਤੋਤੇ ਤੋਂ ਹੋਠੀ ਤੇ ਕੋਕਿਲਾ ਦੀ ਕਰਤੂਤ ਦਾ ਪਤਾ ਲੱਗਾ ਤੇ ਉਸਨੇ ਹੋਠੀ ਨੂੰ ਮਾਰ ਦਿੱਤਾ। ਹੋਠੀ ਨੂੰ ਦੀ ਮੌਤ ਦੀ ਖਬਰ ਸੁਣ ਕੇ ਕੋਕਿਲਾ ਵੀ ਜਿਹੜੀ ਸੀ ਉਹ ਛਾਲ ਮਾਰ ਦਿੱਤੀ। ਕੋਕਿਲਾ ਦੀ ਮੌਤ ਤੋਂ ਬਾਅਦ ਜਿਹੜਾ ਸੀ ਰਾਜਾ ਰਸਾਲੂ ਦਾ ਮਨ ਬੜਾ ਉਦਾਸ ਹੋ ਗਿਆ ਸੀ। ਉਹ ਇਲਾਕਾ ਛੱਡ ਕੇ ਰਾਵਲਪਿੰਡੀ ਦੇ ਇਲਾਕੇ ਵੱਲ ਫਿਰ ਚਲਾ ਗਿਆ ਔਰ ਉਸ ਇਲਾਕੇ ਵਿੱਚ ਇੱਕ ਡੈਣ ਰਹਿੰਦੀ ਸੀ। ਡੈਣ ਨੇ ਬੜੀ ਤਬਾਹੀ ਮਚਾਈ ਹੋਈ ਸੀ ਤੇ ਲੋਕਾਂ ਨੂੰ ਪੁਕਾਰ ਸੁਣ ਕੇ ਰਸਾਲੂ ਡੈਣ ਨੂੰ ਮਾਰਨ ਲਈ ਤੁਰ ਪਿਆ। ਅੱਗੇ ਬਹੁਤ ਦੂਰ ਜਾ ਕੇ ਉਹ ਡੈਣ ਮਿਲੀ, ਪਰ ਇਸ ਤੋਂ ਪਹਿਲਾਂ ਕਿ ਉਸ ਦਾ ਖਾਤਮਾ ਕਰਦਾ, ਉਸਨੇ ਮੰਤਰ ਪੜ੍ਹ ਕੇ ਰਸਾਲੂ ਨੂੰ ਕੀ ਸੀ, ਪੱਥਰ ਦਾ ਬਣਾ ਦਿੱਤਾ ਸੀ ਔਰ ਰਸਾਲੂ ਘੋੜੇ ਸਮੇਤ ਹੀ ਉੱਥੇ ਸੈਲ ਪੱਥਰ ਹੋ ਗਿਆ। ਹੁਣ ਲੋਕ ਵਿਸ਼ਵਾਸ ਇਹ ਕੀਤਾ ਜਾਂਦਾ ਕਿ ਜਦੋਂ ਵੀ ਧਰਤੀ 'ਤੇ ਜ਼ੁਲਮ ਵਧੇਗਾ ਤਾਂ ਰਸਾਲੂ ਸੁਰਜੀਤ ਹੋ ਜਾਵੇਗਾ ਤੇ ਜ਼ਾਲਮਾਂ ਦਾ ਨਾਸ਼ ਕਰਕੇ ਹੀ ਜਿਹੜਾ ਉਹ ਦਮ ਲਏਗਾ। ਸੋ ਇਸ ਪ੍ਰਕਾਰ ਦੇ ਨਾਲ ਇਸ ਕਹਾਣੀ ਦੇ ਵਿੱਚ ਜਿਹੜਾ ਰਾਜਾ ਰਸਾਲੂ ਕਹਾਣੀ ਹੈ, ਇਹ ਦੰਤ ਕਥਾ ਸਾਨੂੰ ਇਹ ਦੱਸਦੀ ਹੈ ਕਿ ਜੀਵਨ ਦੀ ਸਾਰਥਕਤਾ ਜਿਹੜੀ ਹੈ ਉਹ ਨੇਕੀ ਕਰਨ ਦੇ ਵਿੱਚ ਹੈ, ਜ਼ੁਲਮ ਦਾ ਡਟ ਕੇ ਮੁਕਾਬਲਾ ਕਰਨ ਵਿੱਚ ਹੈ ਤੇ ਦੂਸਰੇ ਦੇ ਮਨੁੱਖੀ ਜਜ਼ਬਿਆਂ ਦੀ ਕਦਰ ਕਰਨ ਵਿੱਚ ਹੈ। ਸਾਨੂੰ ਕਦੇ ਵੀ ਕਿਸੇ ਦਾ ਦਿਲ ਜਿਹੜਾ ਉਹ ਨਹੀਂ ਦਿਖਾਉਣਾ ਚਾਹੀਦਾ। ਹਰ ਇੱਕ ਦਾ ਆਦਰ ਤੇ ਸਤਿਕਾਰ ਕਰਨਾ ਚਾਹੀਦਾ ਹੈ, ਜ਼ੁਲਮ ਦਾ ਖਾਤਮਾ ਕਰਨਾ ਚਾਹੀਦਾ ਔਰ ਨੇਕੀ ਦਾ ਰਸਤਾ ਕਦੇ ਵੀ ਨਹੀਂ ਛੱਡਣਾ ਚਾਹੀਦਾ। ਸੋ ਉਮੀਦ ਹੈ ਸਮਝ ਆਈ ਹੋਏਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।